ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਨਵਨੀਤ ਵਰਮਾ ਤੁਹਾਡੇ ਆਪਣੇ ਚੈਨਲ ਗੁਰੂ ਬੰਦਗੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਅਗਰ ਤੁਸੀਂ ਸਤਸੰਗ, ਸਾਖੀਆਂ ਜਾਂ ਰੂਹਾਨੀ ਵਿਚਾਰ ਸੁਣਨਾ ਪਸੰਦ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਆਪਣਾ ਪਿਆਰ ਦਿਓ। ਸੰਗਤ ਜੀ, ਅੱਜ ਦੀ ਜੋ ਸਾਖੀ ਹੈ ਇਹ ਬੜੀ ਹੀ ਪਿਆਰੀ ਸਾਖੀ ਹੈ ਤੇ ਵੱਡੇ ਮਹਾਰਾਜ ਜੀ ਦੇ ਵੇਲੇ ਦੀ ਹੈ। ਇਸ ਸਾਖੀ ਦੇ ਵਿੱਚ ਸਾਨੂੰ ਇਹ ਪਤਾ ਲੱਗੇਗਾ ਕਿ ਬਾਬਾ ਜੀ ਆਪਣੇ ਸੇਵਕਾਂ ਨਾਲ ਕਿੰਨਾ ਪਿਆਰ ਕਰਦੇ ਨੇ ਤੇ ਆਪਣੇ ਸੇਵਕਾਂ ਦੇ ਕੀਤੇ ਹੋਏ ਬੋਲ ਦੀ ਜਾਂ ਇਉਂ ਕਹਿ ਲਈਏ ਕਿ ਸੇਵਕਾਂ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਬੋਲਾਂ ਦੀ ਲਾਜ ਕਿਵੇਂ ਰੱਖਦੇ ਨੇ। ਆਓ ਸੰਗਤ ਜੀ, ਬੜੇ ਪਿਆਰ ਦੇ ਨਾਲ ਇਹ ਸਾਖੀ ਸੁਣਦੇ ਹਾਂ ਤੇ ਸਾਖੀ ਪੂਰੀ ਸੁਣਨ ਦੀ ਕਿਰਪਾਲਤਾ ਕਰਨਾ ਜੀ। ਕਾਫੀ ਸਮੇਂ ਦੀ ਗੱਲ ਹੈ ਸੰਗਤ ਜੀ, ਇੱਕ ਬੀਬੀ ਜੋ ਕਿ ਵੱਡੇ ਮਹਾਰਾਜ ਜੀ ਦੇ ਵੇਲੇ ਸੇਵਾਦਾਰ ਸੀ, ਉਸ ਨੇ ਵੱਡੇ ਮਹਾਰਾਜ ਵਾਸਤੇ ਇੱਕ ਚਾਦਰ ਬੜੇ ਹੀ ਪਿਆਰ ਦੇ ਨਾਲ ਬੁਣੀ, ਜਾਂ ਇਉਂ ਕਹਿ ਲਓ ਕਿ ਬਾਬਾ ਜੀ ਨੂੰ ਦੇਣ ਵਾਸਤੇ ਉਹਨੇ ਇੱਕ ਬੜੀ ਹੀ ਸੋਹਣੀ ਚਾਦਰ ਪਿਆਰ ਦੇ ਨਾਲ ਤਿਆਰ ਕੀਤੀ। ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜਾ ਵੀ ਕੰਮ ਅਸੀਂ ਪ੍ਰੇਮ ਔਰ ਪਿਆਰ ਦੇ ਨਾਲ ਕਰਦੇ ਹਾਂ ਉਹ ਕੰਮ ਹਮੇਸ਼ਾ ਹੀ ਬਹੁਤ ਵਧੀਆ ਹੁੰਦਾ ਹੈ ਤੇ ਸੋਹਣਾ ਹੁੰਦਾ ਹੈ। ਚਾਦਰ ਜਦੋਂ ਤਿਆਰ ਹੋ ਗਈ ਤਾਂ ਉਸ ਨੇ ਸੋਚਿਆ ਕਿ ਚਾਦਰ ਧੋਬਣ ਕੋਲੋਂ ਤੁਲਵਾ ਕੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਬਾਬਾ ਜੀ ਨੂੰ ਦੇਵਾਂਗੀ। ਉਹ ਸੇਵਾਦਾਰ ਬੀਬੀ ਚਾਦਰ ਲੈ ਕੇ ਧੋਬਣ ਕੋਲ ਚਲੀ ਗਈ। ਜਦੋਂ ਧੋਬਣ ਦੇ ਕੋਲ ਗਈ ਤੇ ਉਸ ਨੇ ਧੋਬਣ ਨੂੰ ਕਿਹਾ ਕਿ ਦੇਖ, ਇਹ ਚਾਦਰ ਮੈਂ ਆਪਣੇ ਸਤਿਗੁਰ ਵਾਸਤੇ ਬਣਾਈ ਹੈ, ਇਸ ਚਾਦਰ ਨੂੰ ਚੰਗੀ ਤਰ੍ਹਾਂ ਧੋ ਕੇ ਪ੍ਰੈਸ ਕਰਕੇ ਦੇਵੀਂ ਤੇ ਨਾਲੇ ਇਸ ਚਾਦਰ ਦੇ ਨਾਲ ਹੋਰ ਕੋਈ ਕੱਪੜਾ ਨਾ ਧੋਵੀਂ, ਇਹ ਚਾਦਰ ਕੱਲੀ ਹੀ ਧੋਵੀਂ ਕਿਉਂਕਿ ਇਹ ਚਾਦਰ ਮੇਰੇ ਸਤਿਗੁਰ ਵਾਸਤੇ ਹੈ। ਉਸ ਨੇ ਧੋਬਣ ਨੇ ਕਿਹਾ ਕਿ ਠੀਕ ਹੈ ਬੀਬੀ ਜੀ, ਮੈਂ ਚਾਦਰ ਬਹੁਤ ਧਿਆਨ ਦੇ ਨਾਲ ਧੋਵਾਂਗੀ, ਤੁਸੀਂ ਫਿਕਰ ਨਾ ਕਰੋ। ਧੋਬਣ ਨੇ ਕਿਹਾ ਕਿ ਕੱਲ ਆ ਕੇ ਚਾਦਰ ਲੈ ਜਾਣਾ। ਕੱਲ ਜਦੋਂ ਉਹ ਸੇਵਾਦਾਰ ਬੀਬੀ ਧੋਬਣ ਕੋਲੋਂ ਚਾਦਰ ਲੈਣ ਵਾਸਤੇ ਗਈ ਤੇ ਉਸ ਨੇ ਧੋਬਣ ਨੂੰ ਕਿਹਾ ਕਿ ਇਸ ਚਾਦਰ ਦੇ ਕਿੰਨੇ ਪੈਸੇ ਬਣਦੇ ਨੇ, ਤੂੰ ਮੈਨੂੰ ਦੱਸ ਤੇ ਮੈਂ ਤੈਨੂੰ ਦੇ ਦੇਵਾਂ। ਧੋਬਣ ਨੇ ਕਿਹਾ ਕਿ ਬੀਬੀ ਜੀ, ਇਹ ਚਾਦਰ ਦੇ ਪੈਸੇ ਮੈਂ ਕਿਸ ਤਰ੍ਹਾਂ ਲੈ ਸਕਦੀ ਹਾਂ, ਇਹ ਚਾਦਰ ਤਾਂ ਸਤਿਗੁਰ ਵਾਸਤੇ ਚੱਲੀ ਹੈ, ਮੈਂ ਤਾਂ ਸਗੋਂ ਖੁਸ਼ਕਿਸਮਤ ਹਾਂ ਕਿ ਜੋ ਇਹ ਚਾਦਰ ਧੋਣ ਦਾ ਮੌਕਾ ਮੈਨੂੰ ਮਿਲਿਆ। ਉਸ ਨੇ ਬੜਾ ਜ਼ੋਰ ਦਿੱਤਾ, ਪੈਸੇ ਦੇਣ ਨੂੰ ਬੜਾ ਕਿਹਾ, ਪਰ ਧੋਬਣ ਨੇ ਕੋਈ ਪੈਸਾ ਨਾ ਲਿੱਤਾ। ਜਦ ਉਸ ਨੇ ਪੈਸੇ ਨਹੀਂ ਲਿੱਤੇ ਤੇ ਸੇਵਾਦਾਰ ਬੀਬੀ ਨੇ ਧੋਬਣ ਦਾ ਪਿਆਰ ਦੇਖ ਕੇ ਉਸ ਨੂੰ ਕਿਹਾ ਕਿ ਠੀਕ ਹੈ, ਜਾ ਫਿਰ, ਤੇਰੀ ਮੇਰੇ ਸਤਿਗੁਰੂ ਸੰਭਾਲ ਕਰਨਗੇ। ਇੰਨੀ ਗੱਲ ਕਹਿ ਕੇ ਉਸ ਸੇਵਾਦਾਰ ਬੀਬੀ ਨੇ ਉਸ ਦੇ ਕੋਲੋਂ ਚਾਦਰ ਲੈ ਲਈ ਤੇ ਵਾਪਸ ਆ ਗਈ। ਇੱਕ ਦੋ ਦਿਨ ਤੋਂ ਬਾਅਦ ਧੋਬਣ ਦੇ ਸੁਪਨੇ ਦੇ ਵਿੱਚ ਵੱਡੇ ਮਹਾਰਾਜ ਜੀ ਆਏ ਤੇ ਉਹਨਾਂ ਨੇ ਧੋਬਣ ਨੂੰ ਕਿਹਾ ਕਿ ਤੈਨੂੰ 2 ਦਿਨ ਬਾਅਦ ਅਸੀਂ ਲੈ ਜਾਣਾ ਹੈ। ਧੋਬਣ ਨੇ ਇਹ ਗੱਲ ਸਾਰਿਆਂ ਨੂੰ ਦੱਸ ਦਿੱਤੀ, ਹਰ ਪਾਸੇ ਰੌਲਾ ਪਾ ਦਿੱਤਾ ਕਿਉਂਕਿ ਉਹਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਮੇਰੇ ਆਖਰੀ ਸਮੇਂ ਦੇ ਵਿੱਚ ਬਾਬਾ ਜੀ ਮੈਨੂੰ ਲੈਣ ਆਣਗੇ। ਲੋਕਾਂ ਨੇ ਧੋਬਣ ਨੂੰ ਕਿਹਾ ਕਿ ਨਾ ਤਾਂ ਤੂੰ ਨਾਮਦਾਨ ਲਿਆ ਹੈ, ਨਾ ਹੀ ਤੂੰ ਕਦੀ ਸੇਵਾ ਤੇ ਗਈ ਹੈ, ਫਿਰ ਤੇਰੇ ਆਖਰੀ ਸਮੇਂ ਦੇ ਵਿੱਚ ਬਾਬਾ ਜੀ ਤੈਨੂੰ ਕਿਵੇਂ ਲੈਣ ਆਣਗੇ। ਉਸ ਧੋਬਣ ਨੇ ਕਿਹਾ ਕਿ ਇਹ ਸਭ ਮੈਨੂੰ ਕੁਝ ਨਹੀਂ ਪਤਾ, ਮੈਨੂੰ ਤਾਂ ਇੰਨਾ ਪਤਾ ਹੈ ਕਿ ਬਾਬਾ ਜੀ ਨੇ ਆਪ ਮੇਰੇ ਸੁਪਨੇ 'ਚ ਆ ਕੇ ਮੈਨੂੰ ਇਹ ਗੱਲ ਕਹੀ ਹੈ ਕਿ ਤੈਨੂੰ 2 ਦਿਨ ਬਾਅਦ ਮੈਂ ਲੈ ਜਾਣਾ ਹੈ। ਲੋਕਾਂ ਨੇ ਸੋਚਿਆ ਕਿ ਧੋਬਣ ਪਾਗਲ ਹੋ ਗਈ ਹੈ ਜਾਂ ਫਿਰ ਇਹ ਝੂਠ ਬੋਲ ਰਹੀ ਹੈ। ਇਹ ਗੱਲ ਉਹ ਸੇਵਾਦਾਰ ਬੀਬੀ ਦੇ ਕੋਲ ਵੀ ਪਹੁੰਚ ਗਈ। ਉਹ ਸੇਵਾਦਾਰ ਬੀਬੀ ਬੜੇ ਮਹਾਰਾਜ ਜੀ ਦੇ ਕੋਲ ਪਹੁੰਚ ਗਈ ਤੇ ਪੁੱਛਣ ਲੱਗੀ ਕਿ ਬਾਬਾ ਜੀ, ਇਹ ਕੀ ਚੱਕਰ ਹੈ, ਮੈਨੂੰ ਕੁਝ ਸਮਝ ਨਹੀਂ ਆ ਰਿਹਾ, ਕੀ ਰਾਜ ਹੈ ਜੋ ਤੁਸੀਂ ਧੋਬਣ ਨੂੰ ਸੁਪਨੇ ਦੇ ਵਿੱਚ ਆ ਕੇ ਕਿਹਾ ਹੈ ਕਿ ਤੈਨੂੰ ਮੈਂ 2 ਦਿਨ ਬਾਅਦ ਲੈ ਜਾਣਾ ਹੈ। ਬਾਬਾ ਜੀ ਨੇ ਕਿਹਾ ਕਿ ਬੇਟਾ, ਜਦੋਂ ਤੁਸੀਂ ਚਾਦਰ ਧੁਲਵਾਈ ਸੀ ਤੇ ਤੁਸੀਂ ਉਸ ਧੋਬਣ ਨੂੰ ਕੀ ਕਿਹਾ ਸੀ, ਜਰਾ ਯਾਦ ਕਰੋ। ਉਹਨਾਂ ਨੇ ਕਿਹਾ ਕਿ ਤੁਸੀਂ ਕਿਹਾ ਸੀ ਕਿ ਮੇਰੇ ਸਤਿਗੁਰੂ ਤੇਰੀ ਸੰਭਾਲ ਕਰਨਗੇ। ਬਾਬਾ ਜੀ ਨੇ ਕਿਹਾ ਕਿ ਬੇਟਾ, ਫਿਰ ਤੇਰੀ ਜ਼ੁਬਾਨ ਦੀ ਕੀਮਤ ਤਾਂ ਫਿਰ ਮੈਨੂੰ ਰੱਖਣੀ ਹੀ ਪੈਣੀ ਸੀ ਨਾ। ਇਹ ਗੱਲ ਸੁਣ ਕੇ ਉਹ ਸੇਵਾਦਾਰ ਬੀਬੀ ਰੋਣ ਲੱਗ ਗਈ। ਉਸ ਨੇ ਕਿਹਾ ਕਿ ਸਤਿਗੁਰੂ, ਇੰਨਾ ਮਾਣ ਮੈਨੂੰ ਬਖਸ਼ਿਆ ਤੁਸੀਂ, ਮੈਂ ਤਾਂ ਨਿਮਾਣੀ ਹਾਂ, ਫਿਰ ਵੀ ਤੁਸੀਂ ਮੇਰੇ ਬੋਲ ਦਾ ਇੰਨਾ ਮਾਣ ਕੀਤਾ, ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦੀ। ਸੰਗਤ ਜੀ,
ਜੋ ਸਤਿਗੁਰੂ ਦੇ ਹੁਕਮ ਦੇ ਵਿੱਚ ਰਹਿੰਦੇ ਨੇ ਤੇ ਭਜਨ ਸਿਮਰਨ ਕਰਦੇ ਨੇ ਔਰ ਬੜੇ ਪ੍ਰੇਮ ਔਰ ਪਿਆਰ ਦੇ ਨਾਲ ਕਰਦੇ ਨੇ, ਪੂਰਾ ਵਕਤ ਦਿੰਦੇ ਨੇ, ਫਿਰ ਸਤਿਗੁਰੂ ਵੀ ਆਪਣੇ ਸੇਵਕ ਦਾ ਪੂਰਾ ਮਾਨ ਰੱਖਦਾ ਹੈ ਤੇ ਹਰ ਪਲ ਆਪਣੇ ਸੇਵਕ ਦੇ ਨਾਲ ਹੁੰਦਾ ਹੈ। ਸੋ ਸੰਗਤ ਜੀ, ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਆਪਣੇ ਸਤਿਗੁਰ ਦੇ ਭਾਣੇ 'ਚ ਰਹੀਏ ਤੇ ਭਜਨ ਸਿਮਰਨ ਨੂੰ ਪੂਰਾ ਵਕਤ ਦਈਏ। ਸੰਗਤ ਜੀ, ਮੈਨੂੰ ਪੂਰੀ ਉਮੀਦ ਹੈ ਕਿ ਸਾਖੀ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇਗੀ। ਅਗਰ ਹਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਆਪਣਾ ਪਿਆਰ ਦਿਵੋ, ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਖੀਆਂ ਨੂੰ ਤੁਸੀਂ ਸੁਣ ਸਕੋ, ਉਹ ਸਾਖੀਆਂ ਤੁਹਾਡੇ ਤੱਕ ਪਹੁੰਚ ਸਕਣ। ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ, ਫਿਰ ਮਿਲਾਂਗੇ ਇੱਕ ਨਵੀਂ ਸਾਖੀ ਦੇ ਨਾਲ।